ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ। ਕਾਲ ਆ ਗਈ, ਪਹਿਲਾਂ ਕਾਲ ਲੈ ਲਈਏ ਫਿਰ ਆਪਾਂ ਅੱਗੇ ਵਧਦੇ। ਵੈਲਕਮ ਜੀ। ਹੈਲੋ। ਚਾਵਲਾ ਸਾਹਿਬ ਲੀਡਰ ਲਿਸਨ ਟੂ ਰੇਡੀਓ ਓਨਲੀ ਰਾਈਟ। ਹਾਂਜੀ ਹਾਂਜੀ, ਮਿਹਰਬਾਨੀ ਜਨਾਬ, ਥੈਂਕ ਯੂ। ਲਓ ਜੀ, ਕਿਤੇ ਸਿਰਫ ਤੁਹਾਡਾ ਰੇਡੀਓ ਸੁਣਦੇ ਹੋ, ਸਾਰੇ ਸੁਣਿਆ ਕਰੋ ਯਾਰ, ਸਾਰੇ ਚੰਗੇ ਨੇ। ਲਵ ਯੂ ਆਲ, ਥੈਂਕ ਯੂ ਵੈਰੀ ਮਚ। ਕਿਦਾ ਸਾਹਿਬ ਕਿੱਥੋਂ ਸ਼ੁਰੂ ਕਰੀਏ? ਅੱਜ ਕਬੀਰ ਸਾਹਿਬ ਦੀ ਦਾ ਜਨਮਦਿਨ ਹੈ ਜੀ ਚਾਵਲਾ ਸਾਹਿਬ। ਹਾਂ, ਕਬੀਰ ਸਾਹਿਬ ਫਿਰ ਤੁਹਾਨੂੰ ਪਤਾ ਵੀ ਇਹੋ ਜਿਹੇ ਸੰਤ ਸ਼੍ਰੋਮਣੀ ਹੈਗੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ ਦੀ ਬਾਣੀ ਜੀ ਜੀ, ਚਲੋ ਬਹੁਤ ਕਮਾਲ ਦੀ, ਮਤਲਬ ਕਿ ਬਾਣੀ ਇੰਨੀ ਉਹ ਸਮੇਂ ਦੇ ਵਿੱਚ ਜਦੋਂ ਮਤਲਬ ਬੰਦੇ ਜਿਹੜੇ ਸੀਗੇ ਨਾ, ਜਦੋਂ ਇੰਨੀ ਵਿਰੋਧਤਾ ਸੀਗੀ ਸਮਾਜ ਦੇ ਵਿੱਚ, ਇੰਨਾ ਜ਼ਿਆਦਾ ਜਿਹੜਾ ਕਿ ਮਨੋਵਾਦ ਦਾ ਬੜਾ ਵੱਡਾ ਕਲਚਰ ਸੀਗਾ ਉਦੋਂ ਮਤਲਬ ਕਿ ਵੀ ਜਦੋਂ ਕਮਾਲ ਦੀ ਗੱਲ ਹੈ ਚਾਵਲਾ ਸਾਹਿਬ, ਆਪਣੇ ਗੁਰੂ ਨੂੰ ਵੀ ਸਿੱਖਿਆ ਦੇਣ ਵਾਲੇ ਕਬੀਰ ਸਾਹਿਬ। ਬਿਲਕੁਲ ਕਹਿੰਦੇ ਇੱਕ ਵਾਰੀ ਨਾ ਉਹਨਾਂ ਦੇ ਗੁਰੂ ਰਾਮਾਨੰਦ ਕਹਿਣ ਲੱਗੇ ਕਿ ਤੁਸੀਂ ਨਾ ਆਪਣੇ ਸ਼ਰਾਧ ਪਾਉਣਾ ਆਪਣੇ ਗੁਰੂ ਦਾ, ਵੀ ਤੁਸੀਂ ਦੁੱਧ ਲੈ ਕੇ ਆਓ। ਦੁੱਧ ਲੈਣ ਸਾਰੇ ਨਿਕਲ ਗਏ ਤੇ ਕਬੀਰ ਸਾਹਿਬ ਅੱਗੇ ਦੇਖਿਆ ਕਿ ਗਾਂ ਮਰੀ ਪਈ, ਉੱਥੇ ਜਾ ਕੇ ਬਹਿ ਗਏ। ਤੇ ਉਹਦੇ ਜਿਹੜੇ ਨਾਲ ਤਿੰਨੇ ਭਰਾ ਸੀਗੇ, ਜਿਹੜੇ ਉਹਦੇ ਗੁਰੂ ਭਾਈ ਸੀਗੇ, ਉਹ ਦੇਖ ਕੇ ਹੈਰਾਨ, ਤੇ ਉਹ ਕਹਿੰਦੇ ਗੁਰੂ ਸਾਹਿਬ ਨੂੰ ਜਾ ਕੇ ਕਿ ਗੁਰੂ ਜੀ ਕਬੀਰ ਸਾਹਿਬ ਤਾਂ ਬੜੇ ਗਲਤ ਬੰਦੇ ਹੋ ਗਏ, ਪਾਗਲ ਹੋ ਗਏ। ਤੇ ਕੀ ਹੋਇਆ? ਕਹਿੰਦੇ ਇੱਕ ਗਾਂ ਮਰੀ ਕੋਲ ਬੈਠੇ ਆ, ਉਹ ਦੁੱਧ ਮੰਗੀ ਜਾਂਦੇ ਆ। ਉਹ ਕਹਿੰਦੇ ਨਹੀਂ ਕੋਈ ਗੱਲ ਹੈ ਪਿੱਛੇ। ਗਏ ਉੱਥੇ ਜਾ ਕੇ ਕਬੀਰ ਸਾਹਿਬ ਇਹ ਕੀ ਗੱਲ ਹੋਈ? ਕਹਿੰਦਾ ਜੀ ਮੈਂ ਦੁੱਧ ਲੈਣਾ ਗਾਂ ਦਾ। ਕਹਿੰਦਾ ਮਰੀ ਹੋਈ ਗਾਂ ਨੂੰ ਪਿਆ ਕਰਦੀ ਆ ਕਿਤੇ? ਕਹਿੰਦਾ ਇਹੀ ਤਾਂ ਗੱਲ ਹੈ ਜੀ, ਜੇ ਮਰੇ ਹੋਏ ਕਹਿੰਦਾ ਲੋਕ ਸ਼ਰਾਬ ਖਾ ਸਕਦੇ ਆ ਤੇ ਮਰੀ ਹੋਈ ਗਾਂ ਵੀ ਦੁੱਧ ਦੇ ਸਕਦੇ, ਕਰਕੇ ਆਪਣੇ ਗੁਰੂ ਨੂੰ ਵੀ ਸਿੱਖਿਆ ਦੇਣ ਵਾਲੇ, ਗੁਰੂ ਨੂੰ ਵੀ ਜਿਹੜੇ ਕੇਵਰੀ ਆਦਮੀ ਸੀ ਉਹ ਕਬੀਰ ਸਾਹਿਬ ਸੀ ਜੀ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜੀ, ਸਜਦਾ ਕਰਦੇ ਹਾਂ ਤੇ ਅਗਾਂਹ ਵਧਦੇ ਹਾਂ ਰੰਗਲਾ ਪੰਜਾਬ ਦੀ ਮਹਿਫਲ ਦੇ ਵਿੱਚ। ਦੋਸਤੋ, ਅਗਲੇ ਹਿੱਸੇ ਦੇ ਵਿੱਚ ਅੱਜ ਇੱਕ ਆਰਟੀਕਲ ਸਵਰਾਜ ਵੀਰ ਦੇ, ਬਹੁਤ ਸਾਰੇ ਆਰਟੀਕਲ ਮੈਂ ਸਾਂਝੇ ਕੀਤੇ। ਬੜੀ ਤਿੱਖੀ ਜੀ ਵੀ ਗੱਲ ਕਹਿ ਜਾਂਦਾ, ਸਿੱਧੀ ਵੀ ਗੱਲ ਕਹਿ ਜਾਂਦਾ, ਸਪਸ਼ਟ ਵੀ ਗੱਲ ਕਹਿ, ਤੱਥਾਂ ਦੇ ਆਧਾਰ 'ਤੇ ਲਿਖਦਾ। ਪੰਜਾਬੀ ਟ੍ਰਿਬਿਊਨ ਅਖਬਾਰ ਜਿਹੜੀ ਅੰਤਰਰਾਸ਼ਟਰੀ ਪੱਧਰ 'ਤੇ ਛਾਇਆ ਹੁੰਦੀ ਹੈ। ਪੰਜਾਬ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਜਿਹਨੂੰ ਕਹਿ ਲੈਣੇ, ਪੰਜਾਬ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਲੱਗਾ, ਪੰਜਾਬ ਯੂਨੀਵਰਸਿਟੀ ਲਿਖਿਆ ਉਹਨਾਂ ਨੇ, ਪੰਜਾਬ ਯੂਨੀਵਰਸਿਟੀ ਤੇ ਪੰਜਾਬ ਚੰਡੀਗੜ੍ਹ ਚ। ਹਾਂ, ਇਹਦੇ ਬਾਰੇ ਆਪਾਂ ਮਤਲਬ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਨਾ ਅਗਲੇ ਹਿੱਸੇ ਦੇ ਵਿੱਚ। ਸਵਰਾਜ ਵੀਰ ਦਾ ਜ਼ਰੂਰ ਸੁਣਿਓ, ਕਾਫੀ ਲੰਬਾ ਹੈ, ਪਰ ਸਵਰਾਜ ਵੀਰ ਨੇ ਇੱਕ ਪੰਜਾਬੀ ਹੋਣ ਦੇ ਨਾਤੇ ਜੋ ਅੱਜ ਮੁੱਦਾ ਉੱਠਿਆ, ਜਿਹਦੇ ਬਾਰੇ ਬਹੁਤ ਚਰਚਾ ਹੋ ਰਹੀ ਹੈ, ਹਾਂਜੀ, ਉਹਨਾਂ ਨੇ ਫਰਜ਼ ਨਿਭਾਤਾ, ਅਖਬਾਰ ਨੇ ਛਾਪ ਦਿੱਤਾ, ਤੇ ਛੋਟਾ ਜਿਹਾ ਇੱਕ ਅਦਾਰਾ ਰੰਗਲਾ ਪੰਜਾਬ ਤਿਣਕੇ ਦੀ ਮਾਤਰ ਹੈ, ਅਸੀਂ ਆਪਣਾ ਫਰਜ਼ ਨਿਭਾ ਦੇਵਾਂਗੇ ਤਾਂ ਕਿ ਤੁਹਾਡੇ ਕੰਨਾਂ ਦੇ ਵਿੱਚ ਅੱਜ ਦੇ ਇਸ ਵਿਸ਼ੇ ਦੇ ਉੱਤੇ ਜੋ ਸਵਰਾਜ ਵੀਰ ਨੇ ਮੁੱਦੇ ਉਠਾਏ ਨੇ ਉਹ ਪਤਾ ਲੱਗ ਜਾਵੇ ਕਿ ਇਹ ਧਰੋਹਰ ਜਿਹੜੀ ਹੈ, ਹਾਂਜੀ, ਇਹਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਹੈ। ਸੋ ਸੁਣਨਾ ਜ਼ਰੂਰ। ਰਾਹੁਲ ਗਾਂਧੀ ਤੇ ਈਡੀ ਵੱਲੋਂ 2 ਸੈਸ਼ਨਾਂ ਦੇ ਵਿੱਚ 10 ਘੰਟੇ ਲਗਾਤਾਰ ਕਰੀਬ ਪੁੱਛਗਿੱਛ ਕੀਤੀ ਗਈ ਹੈ, ਔਰ ਉਧਰ ਕਾਂਗਰਸ ਦੇ ਜਿਹੜੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਵੀ ਹੋਏ ਨੇ। ਹਾਂਜੀ, ਕੀ ਕਹਿਣਾ ਚਾਹੋਗੇ? ਨੈਸ਼ਨਲ ਹੈਰਾਲਡ ਅਖਬਾਰ ਦੀ ਮਾਮਲੇ 'ਚ ਇਹ ਪੁੱਛਗਿੱਛ 2000 ਕਰੋੜ ਦਾ ਕਹਿੰਦਾ ਘਪਲਾ ਜੀ ਕਹਿੰਦੀ ਹੈ ਜੀ ਸਰਕਾਰ, ਜਿਵੇਂ ਕਹਿੰਦੀ ਆ ਈਡੀ ਦੇ ਕੋਲੇ ਮਾਮਲਾ ਚੱਲ ਰਿਹਾ ਜੀ। ਤੇ ਇਸ ਸੰਦਰਭ ਵਿੱਚ ਸੋਨੀਆ ਗਾਂਧੀ ਨੂੰ ਵੀ ਜਦ ਵਿੱਚ ਲਿਆ ਰਹੇ ਨੇ ਤੇ ਈਡੀ ਨੇ, ਤੇ ਨਾਲ ਹੀ ਉਹ ਹੁਣ ਜਿਹੜੇ ਹੈਗੇ ਆ ਇਹਨਾਂ ਨੂੰ ਵੀ ਰਾਹੁਲ ਗਾਂਧੀ ਨਾਲ ਲੈ ਰਹੇ ਨੇ, ਤੇ ਕੁਝ ਪੱਤਰਕਾਰ ਵੀ ਹੈਗੇ ਨੇ, ਐਡੀਟਰ ਦੇ ਨਾਲ। ਅਸੀਂ ਬੜੀ ਵੱਡਾ ਘਪਲਾ ਕੀਤਾ ਇਹਨਾਂ ਨੇ ਨੈਸ਼ਨਲ ਹੈਰਾਲਡ ਦੇ ਵਿੱਚ, ਤੇ ਉਹਦੇ ਵਿੱਚ ਵੱਡੇ ਘਪਲਿਆਂ ਹੋਣ ਦੀ ਆਸ਼ੰਕਾ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਜ ਫਿਰ ਬੁਲਾਇਆ ਉਹਨੂੰ ਰਾਹੁਲ ਗਾਂਧੀ ਸਾਹਿਬ, ਅੱਜ ਫਿਰ ਬੁਲਾ ਕੇ ਦੇਖੋ ਸਾਰੇ ਪਾਸੇ ਧਾਰਾ ਸਾਡੀ ਲਾਤੀ ਗਈ ਸੀਗੀ ਤੇ ਕਿਸੇ ਕੋਈ ਦਿੱਕਤ ਨਾ ਆਵੇ। ਸਰਕਾਰ ਹੁੰਦੀ ਆ, ਤੇ ਉੱਥੇ ਜੋ ਨਾਲ ਗਏ ਰਾਹੁਲ ਗਾਂਧੀ ਦੇ ਕੁਝ ਆਗੂ ਸੀਗੇ ਨਾਲ ਜਿਹੜੇ ਗਏ ਸੀਗੇ, ਛੱਤੀਸਗੜ੍ਹ ਦੇ ਮੁੱਖ ਮੰਤਰੀ ਸੀ ਭੁਪੇਸ਼ ਬਘੇਲ, ਰਣਦੀਪ ਸੁਰਜੇਵਾਲਾ ਸੀਗੇ, KC ਵੇਣੂਗੋਪਾਲ ਸੀਗੇ, ਅਧੀਰ ਰੰਜਨ ਚੌਧਰੀ ਵਗੈਰਾ ਕਾਫੀ ਬੰਦੇ ਸੀਗੇ। ਤੇ ਉਹਨਾਂ ਨੂੰ 44 ਦੀ ਉਲੰਘਣਾ ਕਰਕੇ ਹਿਰਾਸਤ ਲੈ ਲਈ ਪੁਲਿਸ ਨੇ, ਤੇ ਰਾਹੁਲ ਗਾਂਧੀ ਨੂੰ ਅੰਦਰ ਭੇਜਤਾ ਗਿਆ ਸੀਗਾ। ਇੱਕ ਸੈਸ਼ਨ 'ਚ ਪੁੱਛਗਿੱਛ ਹੋਈ ਤੇ ਫਿਰ ਖਾਣਾ ਖਾਣ ਵਾਸਤੇ ਭੇਜਤੇ ਗਏ, ਤੇ ਰੋਟੀ ਖਾਣ ਵਾਸਤੇ ਰੋਟੀ ਖਾ ਕੇ ਮੁੜ ਕੇ ਫਿਰ 3 ਵਜੇ ਆਏ, ਤੇ ਆ ਕੇ ਫਿਰ ਪੁੱਛਗਿੱਛ ਕੀਤੀ ਗਈ। ਲੰਮੀ ਪੁੱਛਗਿੱਛ ਹੋਈ ਹੈ ਚਾਵਲਾ ਸਾਹਿਬ ਦੇ ਵਿੱਚ। ਇਹਨਾਂ ਨੇ ਕਈ ਸਾਰੇ ਸਵਾਲ ਕੀਤੇ ਆ, ਜਿਨ੍ਹਾਂ ਸਵਾਲਾਂ ਦੇ ਵਿੱਚ ਉਹ ਅਖਬਾਰ ਦੇ ਮਾਮਲੇ ਵਿੱਚ ਗੱਲ ਜੁੜੀ ਹੋਈ ਆ।
ਵੀ ਤੁਸੀਂ ਅਖਬਾਰ ਜਿਹੜਾ ਹੈਗਾ ਇਹਦਾ ਕਾਲਾ ਧਨ ਸਫੈਦ ਕਰਨ ਦੇ ਵਿੱਚ ਤੁਸੀਂ ਜੋ ਰੋਲ ਨਿਭਾਇਆ ਹੈਗਾ ਉਹ ਦੱਸੋ ਤੁਸੀਂ। ਤੇ ਇਹੋ ਜਿਹੇ ਸਵਾਲ ਜੋ ਕਾਲੇ ਧਨ ਬਾਰੇ ਤੇ ਪੈਸੇ ਦਾ ਕਿੱਥੇ ਵਰਤੋਂ ਕੀਤੀ ਗਈ ਆ ਤੇ ਕਿਵੇਂ ਕਿਵੇਂ ਪੈਸਾ ਕਿਦੋਂ ਕਿਤੋਂ ਲਿਆ ਗਿਆ ਤੇ ਉਹ ਜਿਹੜੇ ਤੱਥ ਸਾਹਮਣੇ ਹੈਗੇ ਨੇ ਉਹਨਾਂ ਕੋਲ ਈਡੀ ਕੋਲੇ ਤੇ ਉਹਨਾਂ ਤੱਥਾਂ ਦੇ ਆਧਾਰ ਤੇ ਪੁੱਛਗਿੱਛ ਕੀਤੀ ਗਈ ਹੈ ਤੇ ਉਹ ਤੱਥ ਕਿੱਥੋਂ ਲੈ ਕੇ ਆਏ ਨੇ, ਤੱਥਾਂ ਦਾ ਕੀ ਸੋਰਸ ਹੈਗਾ ਉਹ ਈਡੀ ਨੂੰ ਪਤਾ ਤੇ ਵੀ ਤੱਥਾਂ ਦਾ ਸੋਰਸ ਕੀ ਹੈਗਾ। ਤੇ ਕਾਫੀ ਕੱਲ੍ਹ ਸਾਰੇ ਪੂਰੇ ਭਾਰਤ ਵਿੱਚ ਜਿਹੜੀ ਹੈਗੀ ਆ ਵੱਖ-ਵੱਖ ਥਾਵਾਂ ਉੱਤੇ ਪ੍ਰਦਰਸ਼ਨ ਕੀਤੇ ਆ ਕਾਂਗਰਸ ਨੇ ਈਡੀ ਦਫ਼ਤਰਾਂ ਦੇ ਬਾਹਰ, ਜਿਵੇਂ ਜਲੰਧਰ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਹੋਰ ਥਾਵਾਂ ਤੇ ਕਈ ਜਗ੍ਹਾ ਪੁਲਿਸ ਨਾਲ ਵੀ ਝੜਪ ਹੋਈ ਆ ਕਾਂਗਰਸ ਦੀ ਆਗੂਆਂ ਦੀ। ਤੇ ਨਾਲ ਹੀ ਨਾਲ ਇਹ ਵੀ ਲੱਗਿਆ ਨਾਰੇ ਕਿ ਰਾਹੁਲ ਗਾਂਧੀ ਕੋਈ ਚੱਕਰ ਨਹੀਂ, ਹਮ ਤੁਹਾਡੇ ਸਾਥ ਹੈ। ਤੇ ਜਿਹੜੀ ਭਾਜਪਾ ਦੀ ਸਿਮਰਤੀ ਇਰਾਨੀ ਮੰਤਰੀ ਹੈਗੀ ਉਹ ਕਹਿੰਦੀ ਵੀ ਈਡੀ ਨੂੰ ਦਬਾਅ ਪਾਉਣ ਵਾਸਤੇ, ਰਾਹੁਲ ਗਾਂਧੀ ਦੇ ਜਿਹੜਾ ਈਡੀ ਪੁੱਛਗਿੱਛ ਕਰਦੀ ਹੈ ਉਹ ਦਬਾਅ ਪਾਉਣ ਵਾਸਤੇ ਤਾਂ ਕਿ ਈਡੀ ਪੁੱਛਗਿੱਛ ਨਾ ਕਰ ਸਕੇ। ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਾਂਗਰਸ ਵੱਲੋਂ ਇਹ ਸਹੀ ਨਹੀਂ ਹੈਗਾ। ਆਮ ਤੌਰ ਤੇ ਏਦਾਂ ਹੀ ਭਾਜਪਾ ਕਹਿੰਦੀ ਹੈ, ਜੇ ਕੋਈ ਪ੍ਰਦਰਸ਼ਨ ਕਰਦਾ ਤਾਂ ਭਾਜਪਾ ਇਹ ਗੱਲ ਹੀ ਕਹਿੰਦੀ ਹੁੰਦੀ ਹੈ ਕਿ ਈਡੀ ਨੂੰ ਆਪਣਾ ਕੰਮ ਕਰਨ ਤੋਂ, ਸੀਬੀਆਈ ਨੂੰ ਆਪਣਾ ਕੰਮ ਕਰਨ ਤੋਂ ਰੋਕਿਆ ਜਾ ਰਿਹਾ। ਦੇ ਬਾਰੇ ਜੇਕਰ ਆਪਾਂ ਗੱਲ ਕਰੀਏ, ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੀ ਅੱਜ ਤੱਕ ਜਿਹੜੀ ਹੈ ਭੋਗ ਤੋਂ ਬਾਅਦ ਵੀ ਉੱਤੇ ਦਿਨ ਹੋ ਗਏ ਨੇ ਔਰ ਅਜੇ ਮਤਲਬ ਮਸਲਾ ਕਿਸੇ ਤਣ ਪੱਤਾ ਨਹੀਂ ਲੱਗ ਰਿਹਾ ਔਰ ਇਸ ਨੌਜਵਾਨ ਦੇ ਕਤਲ ਨੇ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਹੈ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੂਸੇਵਾਲੇ ਕਤਲ ਕਾਂਡ ਵਿੱਚ ਸ਼ਾਰਪ ਸ਼ੂਟਰ ਜਿਹੜਾ ਹੈ ਉਹ ਸੰਤੋਸ਼ ਜਿਹੜਾ ਹੈ ਤੇ ਨਵਨਾਦ ਸੂਰਿਆਵੰਸ਼ੀ, ਦੋ ਨਵੇਂ ਹੀ ਨਾਂ ਗ੍ਰਿਫਤਾਰ ਹੋਏ ਨੇ। ਹੁਣ ਮੈਂ ਮਤਲਬ ਪਹਿਲਾਂ ਤਾਂ ਇਹਦੇ ਗੀਤ ਚਲੋ ਮੈਂ ਮੋਸਟਲੀ ਨਹੀਂ ਸੁਣੇ, ਜਾਂ ਆਪਾਂ ਕਹਿ ਲਓ ਕਿ ਆਪਣਾ ਸ਼ੋਅ ਦਾ ਇੱਕ ਸਬਜੈਕਟ ਵੱਖਰਾ ਹੈ, ਅਸੀਂ ਉਹਦੀ ਤਿਆਰੀ 'ਚ ਲੱਗੇ ਰਹਿੰਦੇ ਹਾਂ ਜੀ। ਤੇ ਇਹ ਨਹੀਂ ਕਿ ਮਤਲਬ ਮਾਂ ਦਾ ਪੁੱਤ ਮਰ ਗਿਆ ਤੇ ਅਸੀਂ ਉਹਨੂੰ ਮਤਲਬ ਕਹੀਏ ਕਿ ਜੋ ਗੀਤ ਲਿਖੇ ਨੇ ਉਹਨੇ ਬਹੁਤ ਵਧੀਆ ਲਿਖੇ ਨੇ। ਉਹਦੇ ਕੁਝ ਕਿਤੇ ਜੇ ਆਪਾਂ ਡਿਟੇਲ 'ਚ ਵੇਖੀਏ ਤਾਂ ਹਰ ਕਲਾਕਾਰ ਨੂੰ ਹੀ ਉਹ ਆੜੇ ਹੱਥੀ ਲੈਂਦਾ ਹਨ। ਆਪਣੇ ਜਿਹੜੇ ਨਾਲ ਦੇ ਸਿੰਗਰ ਸਮਕਾਲੀ ਸਿੰਗਰ ਨੇ ਉਹਨਾਂ ਨੇ ਕੀ ਲਿਖਿਆ ਤੂੰ ਛੱਡ ਹਨਾ, ਆਪ ਜੋ ਤੂੰ ਲਿਖਣਾ ਉਹਦੇ ਵਿੱਚ ਸੁਧਾਰ ਜਾਂ ਉਹਦੀ ਸ਼ਬਦਾਵਲੀ ਨੂੰ ਕਿਵੇਂ ਤੋਂ ਵਧੀਆ ਬਣਾਉਣਾ, ਉਹ ਮੇਰੇ ਖਿਆਲ ਦੇ ਵਿੱਚ ਇਹਨੂੰ ਬੈਟਰ ਜਿਹੜਾ ਸੀ ਉਹ ਕਰਨਾ ਚਾਹੀਦਾ ਸੀ। ਕਿਸੇ ਨੂੰ ਵੀ ਨਹੀਂ ਬਖਸ਼ਿਆ। ਮਤਲਬ ਲਿੰਕ ਜਿਹੜੇ ਨੇ ਤੁਸੀਂ ਦੇਖੋ ਕਿਸੇ ਪਾਸੇ ਵੀ ਜਾ ਸਕਦੇ, ਕਿੱਧਰ ਨੂੰ ਵੀ ਤੁਰੇ ਜਾ ਸਕਦੇ, ਕਿੱਧਰ ਨੂੰ ਮਰੋੜੇ ਜਾ ਸਕਦੇ। ਕਈ ਇਹਦੇ ਵਿੱਚ ਬੜੇ ਜਾਣਗੇ ਆ ਜੀ, ਕਈਆਂ ਦੇ ਨਾਂ ਜਿਹੜੇ ਨੇ ਉਹ ਚਰਚਾ ਦੇ ਵਿੱਚ ਨੇ, ਕਈ ਜਿਹੜੇ ਨੇ ਅਜੇ ਸ਼ਾਂਤ ਹੋ ਕੇ ਬੈਠੇ ਨੇ, ਕਈ ਇਹਦੇ ਘਰੇ ਵੀ ਜਾ ਆਏ ਨੇ। ਔਰ ਇਹ ਨਵੇਂ ਦੋ ਨਾਂ ਜਿਹੜੇ ਨੇ ਹੋਰ ਸਾਹਮਣੇ ਆਏ ਨੇ। ਇਸ ਤੋਂ ਪਹਿਲਾਂ ਕਿ ਆਪਾਂ ਇਹਦਾ ਜਵਾਬ ਲਈਏ, ਮੇਰੇ ਨਾਲ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚਲੋ ਜੀ, ਮੇਰੇ ਕੁਐਸਚਨ ਇੱਕ ਦੋ ਹੀ ਲਾ ਲਓ ਤੇ ਉਹਦੇ ਵਿੱਚ ਇਹ ਆ ਕਿ ਰਾਜਾ ਵੜਿੰਗੀ ਸਾਹਿਬ ਹੁਣੀ ਹੁਣ ਧਰਨਾ ਪ੍ਰਦਰਸ਼ਨ ਕਰ ਰਹੇ ਆ। ਰਾਜਾ ਵੜਿੰਗ ਸਾਹਿਬ ਹੁਣੀ ਸਾਰਾ ਕੁਝ ਜਿਹੜੇ ਬਾਕੀ ਦੇ ਉਹਨਾਂ ਦੇ ਨਾਲ ਦੇ ਐਮਪੀ ਚੁਣੇ ਗਏ ਸੀਗੇ ਕਾਂਗਰਸ ਸੀਗੇ, ਉਹ ਕਿੱਥੇ ਆ? ਤੇ ਹਾਲੇ ਜਿਹੜੇ ਆਪਣੇ ਹੁਣ ਫੜ ਹੋ ਰਹੇ ਆ, ਕਦੀ ਕਿਸੇ ਦਾ ਨਾਂ ਆ ਰਿਹਾ ਕਿ ਇਹਨਾਂ ਨੇ ਘਪਲੇ ਕੀਤੇ, ਕਦੀ ਕਿਸੇ ਦਾ ਨਾਂ ਆ ਰਿਹਾ ਇਹਨਾਂ ਨੇ ਘਪਲੇ ਕੀਤੇ। ਉਹ ਤਾਂ ਹੁਣ ਉੜ ਕੇ ਬੀਜੇਪੀ 'ਚ ਜਾ ਰਿਹਾ ਕਿ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਊਗੀ ਕਿ ਉਹ ਸਿਰਫ ਇੱਕ ਠੰਡੇ ਵਾਸਤੇ ਜੀ ਸਾਰਾ ਕੁਝ ਪਊਗਾ? ਇਹਦੇ ਬਾਰੇ ਦੱਸੇ। ਮਿਹਰਬਾਨੀ ਜੀ। ਦੱਸੋ ਜੀ। ਅਸਲ 'ਚ ਨਾ ਇਹ ਵੈਸੇ ਰਾਜਾ ਵੜਿੰਗ ਵੀ ਕਹਿ ਚੁੱਕੇ ਨੇ ਜੀ ਆਪਣਾ ਵੀ ਇਹ ਭਾਜਪਾ ਦੇ ਵਿੱਚ ਤਾਂ ਜਾ ਰਹੇ ਨੇ ਕਾਂਗਰਸੀ ਆਪਣੇ ਜੋ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ, ਫੈਲਾਂ ਨੂੰ ਬੰਦ ਕਰਨ ਵਾਸਤੇ ਜਾ ਰਹੇ ਨੇ। ਰਾਜਾ ਵੜਿੰਗ ਕਿਤੇ ਦੂਜੀ ਗੱਲ ਇਹ ਹੈ ਜੀ, ਆਪਣਾ ਆਪਾਂ ਇਹ ਨਹੀਂ ਸ਼ਰੇਆਮ ਕਹਿ ਸਕਦੇ ਕਿ ਉਹਨਾਂ ਦੇ ਫੈਲਾਂ ਨੇ। ਦੇਖੋ ਭਾਜਪਾ ਦਾ ਬਹੁਤ ਲੋਕ ਜਾ ਰਹੇ ਨੇ, ਬਹੁਤ ਪੰਜਾਬ ਦੇ ਵਿੱਚ ਕਾਫੀ ਖੜਕਾ ਹੈ ਤੇ ਡਿਊਟੀਆਂ ਲੱਗੀਆਂ ਨੇ, ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਭਾਜਪਾ ਦੇ ਆਗੂ ਕਿ ਅਸੀਂ ਦੂਜੀਆਂ ਪਾਰਟੀਆਂ ਵਿੱਚੋਂ ਭਾਜਪਾ ਬੰਦੇ ਲੈ ਕੇ ਆਈਏ ਤੇ ਇਹ ਬੜੇ ਵੱਡੇ ਪੱਧਰ ਤੇ ਆ। ਦੂਜੀ ਗੱਲ ਇਹ ਆ ਵੀ ਰਾਜਾ ਵੜਿੰਗ ਇਕੱਲੇ ਕਰ ਰਹੇ ਨੇ ਪ੍ਰਦਰਸ਼ਨ? ਨਹੀਂ, ਇਕੱਲੇ ਨਹੀਂ ਕਰ ਰਹੇ ਜੀ। ਰਾਜਾ ਵੜਿੰਗ ਦੇ ਨਾਲ ਹੋਰ ਵੀ ਆਗੂ ਹੈਗੇ ਆ, ਏਦਾਂ ਦੀ ਗੱਲ ਨਹੀਂ। ਦੇਖੋ ਪ੍ਰਗਟ ਸਿੰਘ ਵਰਗੇ ਵੀ ਉੱਥੇ ਨਾਲ ਬੈਠੇ ਨਜ਼ਰ ਆਏ ਨੇ, ਬਹੁਤ ਸਾਰੇ ਆਗੂ ਨਜ਼ਰ ਆਏ ਨੇ ਬੈਠੇ, ਇਕੱਲੇ ਵੀ ਹੈਗੇ ਉਹ। ਉਹਨਾਂ ਨਾਲ ਜਿਹੜੀ ਕਾਂਗਰਸ ਟੀਮ ਹੈਗੀ ਆ ਉਹ ਕੰਮ ਕਰ ਰਹੀ ਆ। ਉਹ ਗੱਲ ਵੱਖ ਹੈ ਕਿ ਜਿਹੜੇ ਕੁਝ ਚਲੇ ਗਏ ਬਾਹਰ, ਹੁਣ ਤਾਂ ਬਾਹਰ ਚਲੇ ਗਏ, ਆਪਾਂ ਉਹਨਾਂ ਨੂੰ ਕਿਵੇਂ ਕਹਿ ਦਈਏ ਕਾਂਗਰਸ ਵਿੱਚ ਆਉਣਗੇ, ਉਹ ਤਾਂ ਨਹੀਂ ਆ ਸਕਦੇ ਬਾਹਰ। ਪਰ ਜਿਹੜੇ ਨਾਲ ਹੈਗੇ ਨੇ ਉਹਨਾਂ ਵਿੱਚ ਕਾਫੀ ਸਾਰੇ ਲੋਕ ਰਾਜਾ ਵੜਿੰਗ ਦੇ ਨਾਲ ਬੈਠੇ ਨਜ਼ਰ ਆਉਂਦੇ ਆ। ਨਾਲੇ ਉਹਨਾਂ ਦੇ ਬਿਹਾਵ ਤੇ ਅਸੀਂ ਕੀ ਜਵਾਬ ਦੇ ਸਕਦੇ ਹਾਂ? ਜਿਹੜੇ ਚਲੇ ਗਏ ਨੇ, ਮਤਲਬ ਜਿਨ੍ਹਾਂ ਦੇ ਬਾਰੇ ਕਹਿ ਰਿਹਾ ਜਾ ਰਿਹਾ ਕਿ ਉਹ ਡਰਦੇ ਮਸੋਂ ਚਲ ਗਏ, ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਨੇ ਜਿਨ੍ਹਾਂ ਨੂੰ ਨਾਮ ਦਿੱਤਾ, ਇੱਜ਼ਤ ਦਿੱਤੀ, ਮਾਣ ਦਿੱਤਾ, ਲੀਡਰ ਬਣੇ, ਉਹ ਹੁਣ ਜਾ ਕੇ ਐਵਰੀਥਿੰਗ ਕਲੀਨ ਵਾਲੇ ਟੱਬ 'ਚ ਛਾਲ ਮਾਰ ਕੇ ਕਲੀਨ ਹੋਣਾ ਚਾਹੁੰਦੇ ਨੇ। ਮੇਰੇ ਖਿਆਲ ਦੇ ਵਿੱਚ ਇੱਦਾਂ ਹੋਣਾ ਨਹੀਂ। ਇਹਦਾ ਕੰਧ ਤੇ ਪੜਿਆ ਉਹਨਾਂ ਨੂੰ ਵਿਚਾਰ ਲੈਣਾ ਚਾਹੀਦਾ ਕਿ ਨਵਜੋਤ ਸਿੱਧੂ ਪਹਿਲਾਂ ਭਾਜਪਾ ਸੀ, ਫਿਰ ਕਾਂਗਰਸ ਵਿੱਚ ਆਇਆ।
ਹਾਂਜੀ ਭਾਜਪਾ ਦੇ ਵਿੱਚ ਜਿੰਨਾ ਚਿਰ ਸੀ ਉਹਦੀ ਛਤਰਛਾਲ ਐਨ ਕੈਮਰੇ ਹੀ ਕਿਸੇ ਨੇ ਵੇਖਿਆ ਹੀ ਨਹੀਂ। ਜਦੋਂ ਕਾਂਗਰਸ ਦਾ ਰਾਹ ਸੀ ਕਾਂਗਰਸ ਵਿੱਚ ਆ ਗਿਆ। ਅੱਜ ਨਾ ਕਾਂਗਰਸ ਕੋ ਸੱਤਾ ਤੇ ਨਾ ਮਤਲਬ ਕਿਸੇ ਹੋਰ ਪਾਰਟੀ ਕੋ, ਉਹਦੇ ਹੁਣ ਜੇਲ੍ਹ 'ਚ ਬੈਠਾ। ਹਾਂਜੀ ਕੱਲ ਮਜੀਠੀਆ ਸਾਹਿਬ ਹੁਣ ਇਹ ਜਿਨ੍ਹਾਂ ਨੇ ਜਿੰਨਾ ਖਾਧੀਆਂ ਗਾਜਰਾਂ ਘਣੇ ਸਹਿਣਗੇ ਦੁੱਖ। ਗੱਲ ਇਹ ਆ ਕਿ ਇਹ ਹੁਣ ਤੁਸੀਂ ਸਮਾਂ ਵੇਖੋ, ਸਮੇਂ ਦੀ ਚਾਲ ਵੇਖੋ। ਇਦਾਂ ਨਹੀਂ ਹੈਗਾ ਕਿ ਉਸ ਟੱਬ 'ਚ ਛਾਲ ਮਾਰਤੀ ਤੇ ਸਾਫ਼ ਹੋ ਗਏ, ਨਹੀਂ ਕਾਨੂੰਨ ਵੀ ਹੈ ਕੁਝ। ਹਾਂਜੀ ਸੰਤੋਸ਼ ਯਾਦਵ ਤੇ ਨਵਨਾਦ ਸੂਰਿਆਵੰਸ਼ੀ ਕੀ ਕਹਿਣਾ ਚਾਹੋਗੇ? ਇਹ ਜਿਹੜਾ ਨਾ ਇਹ ਜਿਹੜੇ ਨਾਂ ਸਾਹਮਣੇ ਆ ਰਹੇ ਨੇ ਚਾਵਲਾ ਸਾਹਿਬ ਜਿਹੜੇ ਫੜੇ ਜਾ ਰਹੇ ਨੇ, ਦੱਸਿਆ ਬੰਦੇ ਮੇਰੇ ਖਿਆਲ 'ਚ ਇਹਨਾਂ ਦੀ ਰਾਉਂਡ ਅਪ ਤਾਂ 50 ਤੋਂ ਵੱਧ ਬੰਦੇ ਕੀਤੇ ਹੋਏ ਆ ਚਾਵਲਾ ਸਾਹਿਬ। ਇਹਨਾਂ ਨੇ ਵੱਖ-ਵੱਖ ਕੋਈ ਮੋਹਾਲੀ ਬੈਠਾ ਹੈ, ਕੋਈ ਮੋਗੇ 'ਚ ਕੀਤਾ ਗ੍ਰਿਫਤਾਰ, ਕੋਈ ਗ੍ਰਿਫਤਾਰ ਕੀਤਾ ਚੰਡੀਗੜ੍ਹ ਦੇ, ਕੋਈ ਮੋਹਾਲੀ 'ਚ ਬੈਠੇ ਨੇ। ਵੱਖ-ਵੱਖ 50 ਦੇ ਤੋਂ ਵੱਧ ਬੰਦੇ ਰਾਉਂਡ ਅਪ ਕੀਤੇ ਹੋਏ ਨੇ ਤੇ ਗ੍ਰਿਫਤਾਰੀਆਂ ਦੀ ਪੈ ਰਹੀਆਂ ਨੇ। ਉਹ ਬਾਹਰਲੇ ਸੂਬਿਆਂ ਦੇ ਵਿੱਚ, ਗੁਜਰਾਤ ਦੇ ਵਿੱਚੋਂ ਬੰਦੇ ਫੜੇ ਨੇ ਜਿਹੜੇ ਸੰਤੋਸ਼ ਯਾਦਵ ਤੇ ਨਵਨਾਥ ਸੂਰਿਆਵੰਸ਼ੀ। ਇਹ ਦੋ ਬੰਦੇ। ਸੰਤੋਸ਼ ਦਾ ਸਪਸ਼ਟੀ ਗੱਲ ਹੈ ਕਿ ਉਸ ਨੇ ਗੋਲੀ ਚਲਾਈ ਆ, ਇਹਦਾ ਸਪਸ਼ਟੀ ਗੱਲ ਹੋ ਚੁੱਕੀ ਆ। ਨਵਨਾਥ ਜਿਹੜਾ ਹੈਗਾ ਉਹ ਨਾਲ ਸੀਗਾ ਤੇ ਉਹ ਗੋਲੀ ਨੂੰ ਚਲਾਈ ਉਹ ਵੱਖਰੀ ਗੱਲ ਆ ਗਈ। ਪਰ ਸੰਤੋਸ਼ ਉੱਤੇ ਸਪਸ਼ਟ ਤੌਰ ਤੇ ਗੱਲ ਕਹਿ ਚੁੱਕੀ ਆ ਜਿਹੜਾ ਕਿ ਉਧਰ ਦੇ ਜਿਹੜਾ ਕਿ ਸੀਗਾ DGP ADGP, ਉਸਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਭਾਸ਼ਾ, ਉਹਨਾਂ ਦੀ ਭਾਸ਼ਾ ਜਿਹੜੀ ਹੁਣ ਗੁਜਰਾਤੀ ਹੈਗੀ ਆ, ਉਹਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਤੇ ਕਰਕੇ ਕਿਹਾ ਕਿ ਸੰਤੋਸ਼ ਯਾਦਵ ਜਿਹੜਾ ਹੈਗਾ ਉਸ ਨਹੀਂ ਦੇਣੀ ਚਾਹੀਦੀਆਂ ਮੁੱਸੇਵਾਲਾ ਦੇ ਉੱਤੇ। ਮੁੱਸੇਵਾਲਾ ਕਤਲਕਾਂਡ ਨੂੰ ਚਾਵਲਾ ਸਾਹਿਬ 16 ਦਿਨ ਦੇ ਕਰੀਬ ਹੋ ਚੁੱਕੇ ਆ ਤੇ ਪੰਜਾਬ ਪੁਲਿਸ ਦੇ ਹੱਥਾਂ 'ਚ ਖਾਲੀ ਹੈਗੇ ਆ। ਬਾਹਰਲੀਆਂ ਪੁਲਿਸਾਂ ਇਸ ਸੰਬੰਧ ਵਿੱਚ ਕੰਮ ਕਰ ਰਹੀਆਂ ਨੇ। ਪੰਜਾਬ ਪੁਲਿਸ ਹਾਂ ਵੱਖ-ਵੱਖ ਤਰੀਕੇ ਨਾਲ ਆਪਣੇ ਇਹ ਕੰਮ ਕਰ ਰਹੀ ਆ ਤੇ ਅਜੇ ਤੱਕ ਪੰਜਾਬ ਪੁਲਿਸ ਦੇ ਹੱਥ ਵਿੱਚ ਕੋਈ ਗੱਲ ਲੱਗੀ ਨਹੀਂ ਆਪਾਂ ਜਿਹਨੂੰ ਕਹਿ ਸਕੇ ਕਿ ਪੰਜਾਬ ਪੁਲਿਸ ਦੀ ਪ੍ਰਾਪਤੀ ਹੈ ਇਹ ਚਾਵਲਾ ਸਾਹਿਬ ਜੀ। ਜੇ ਸਾਧੂ ਸਿੰਘ ਧਰਮਸੋਤ ਦੇ ਮਾਮਲੇ ਦੀ ਗੱਲ ਕਰੀਏ ਤਾਂ ਵਿਜੀਲੈਂਸ ਨੇ 16 DFO ਨੂੰ ਭੇਜੇ ਨੇ ਸਮਨ ਤੇ ਨਾਲ ਹੀ 14 ਦਿਨ ਦੀ ਜੇਲ੍ਹ ਵਿੱਚ ਮੁਹਾਲੀ ਵੀ ਗਏ ਨੇ। ਜਿਹੇ ਤੇ ਇੱਥੇ ਹਾਂਜੀ ਕੱਲ ਹਫ਼ਤੇ 'ਚ 2 ਦਿਨਾਂ ਪੁਲਿਸ ਰਿਮਾਂਡ ਮੰਗਿਆ ਸੀਗਾ ਧਰਮਸੋਤ ਦਾ ਜੀ ਜਿਹੜੀ ਇਹ ਵਿਜੀਲੈਂਸ ਨੇ, ਪਰ ਅਦਾਲਤ ਨੇ ਕਿਹਾ ਜੀ ਬਹੁਤ ਪੁੱਛਗਿੱਛ ਹੋਊਗੀ, ਚਲੋ ਛੱਡੋ ਹੁਣ ਤੁਸੀਂ ਜੇਲ੍ਹ 'ਚ ਭੇਜਦੇ ਹਾਂ। ਪਰ ਜੇਲ੍ਹ 'ਚ ਭੇਜ ਕੇ ਗਿਆ ਜੀ। ਸਾਧੂ ਧਰਮਸੋਤ ਦੇ ਮਾਮਲੇ ਵਿੱਚ ਨਾ ਜਿਹੜੇ ਕਿ ਨਾ ਡਿਵੀਜ਼ਨਲ ਫੋਰੈਸਟ ਅਫਸਰ ਹੁੰਦੇ ਆ ਨਾ ਜੀ DFO, 16 ਨੇ ਜੀ, 16 ਦੇ ਪੁੱਛਗਿੱਛ ਕੀਤੀ ਆ। ਉਹ ਕਹਿੰਦੇ 16 ਬੰਦਿਆਂ ਤੋਂ ਪੁੱਛਗਿੱਛ ਕਰਨ ਬਾਅਦ ਸੰਮਨ ਜਾਰੀ ਕੀਤੇ ਨੇ। ਇਹ 16 ਦੇ ਵਿੱਚ ਜਿੱਦਾਂ ਕਿ ਮੋਹਾਲੀ ਦੇ ਹੋ ਗਏ, ਜਿਹਨਾਂ ਜਿਹੜੇ ਬੰਦੇ ਪਹਾੜੀ ਖੇਤਰ ਦੇ ਨਾਲ ਲੱਗਦੇ ਆ ਜਾਂ ਜਿੱਥੇ ਮਾਈਨਿੰਗ ਹੁੰਦੀ ਸੀਗੀ ਜੰਗਲਾਤ ਡਿਪਾਰਟਮੈਂਟ ਦੇ ਵਿੱਚ, ਉਹਨਾਂ ਨੂੰ ਹੀ ਪੁੱਛਗਿੱਛ ਕਰਨ ਵਾਸਤੇ ਬੁਲਾਇਆ। ਦੋਸ਼ ਹੈ ਕਿ ਇਹਨਾਂ ਨੇ ਬਦਲੀ ਕਰਾਉਣ ਵਾਸਤੇ ਇਹਨਾਂ ਕੋਲੋਂ ਮੰਤਰੀ ਦੇ OSD ਵੱਲੋਂ 10 ਤੋਂ ਲੈ ਕੇ 20 ਲੱਖ ਰੁਪਏ ਲਏ, ਜੋ ਕਿ ਉਹ ਬੰਦਾ ਹੈਗਾ ਜੀ ਜਿਹੜਾ ਠੇਕੇਦਾਰ ਹੈਗਾ ਉਹਦੀ ਡੈਰੀ ਵਿੱਚ ਨਜ਼ਰ ਆਇਆ। ਉਹ ਤੇ ਉਹਨਾਂ ਨੇ ਇਹਨਾਂ DFO ਤੋਂ ਪੁੱਛਗਿੱਛ ਕਰਨ ਵਾਸਤੇ ਇਹਨਾਂ ਨੂੰ ਸੰਮਨ ਜਾਰੀ ਕੀਤੇ। ਸਾਰੇ ਡਿਪਾਰਟਮੈਂਟਾਂ ਦੇ ਵਿੱਚ ਸੜਕਾਂ ਦਾ ਚਾਵਲਾ ਸਾਹਿਬ। ਅੱਛਾ ਕਮਾਲ ਦੀ ਗੱਲ ਦੇਖੋ ਤੁਸੀਂ ਕਿੱਦਾਂ ਦਾ ਤਰੀਕਾ ਸੀਗਾ ਮਤਲਬ ਕੰਮ ਕਰਨ ਦਾ ਇਹਨਾਂ ਦਾ। ਪਟਿਆਲੇ ਵਿੱਚ ਰਹਿਣਾ, ਪਟਿਆਲੇ ਦੀ ਘਟਨਾ ਇੱਕ ਬੜੀ ਇੰਟਰਸਟਿੰਗ ਹੈ। ਪਟਿਆਲੇ ਦੇ ਵਿੱਚ ਨਾ ਜੀ ਇੱਕ ਬਾਈਨਰ ਫਾਟਕ ਹੈਗਾ, ਕਾਫੀ ਚਰਚਿਤ ਹੈਗਾ ਜਿੱਤਾਂ ਵਿੱਚ ਵੀ। ਬਾਈਨਰ ਫਾਟਕ ਤੋਂ ਨਾ ਲੈ ਕੇ ਕਾਫੀ ਪੌਸ਼ ਇਲਾਕਾ ਹੈਗਾ ਉਹ। ਉਸ ਜਦੋਂ ਆਪਾਂ ਨਾ ਬਾਈਨਰ ਫਾਟਕ ਤੋਂ ਉਤਰਦੇ ਹਾਂ ਤੇ ਸਿਵਲ ਲਾਈਨ ਥਾਣੇ ਦੇ ਰੋਡ ਹੈਗੀ ਹੈ, ਉਹ ਰਸਤੇ ਵਿੱਚ ਨਾ ਪਿਛਲੇ ਅਕਾਲੀ ਸਰਕਾਰ ਮੌਕੇ ਬੜੇ ਵੱਡੇ ਸ਼ੋਰੂਮ ਬਣੇ। ਹੁਣ ਸ਼ੋਰੂਮ ਤਾਂ ਬਣ ਗਏ ਉੱਥੇ ਤੇ ਸ਼ੋਰੂਮ ਦੇ ਮੂਹਰਲੇ ਪਾਸੇ ਜਿਹੜੇ ਸੀ ਨਾ ਉਹ ਕੋਈ ਰੁੱਖਲੇ ਸੀਗੇ, ਦਰਖਤ ਸੀ, ਕੁਛ ਮਿੱਟੀ ਉਬੜੀ ਖਬੜੀ ਸੀਗੀ। ਉਸ ਨੂੰ ਉੱਥੇ ਇੰਟਰਲੋਕ ਲਾਉਣ ਵਾਸਤੇ, ਪੈਦਾ ਲਾਉਣ ਵਾਸਤੇ ਮੇਅਰ ਸੀਗਾ ਅਕਾਲੀ ਦਲ ਦਾ ਅਮਰਿੰਦਰ ਬਜਾਜ, ਉਹ ਬੜਾ ਜ਼ੋਰ ਸ਼ੋਰ ਨਾਲ ਆਇਆ। ਚਲੋ ਅਮਰਿੰਦਰ ਬਜਾਜ ਨੇ ਫਿਰ ਜੰਗਲਾਤ ਵਿਭਾਗ ਨੂੰ ਭੇਜਿਆ ਲਿਖ ਕੇ ਵੀ ਅਸੀਂ ਇੱਥੇ ਟੈਲਾਂ ਲਾਉਣੀਆਂ ਨੇ, ਲੋਕਾਂ ਦੀ ਮੰਗ ਹੈਗੀ ਹੈ, ਤੁਸੀਂ ਦੱਸੋ ਵੀ ਸਾਨੂੰ ਇਜਾਜ਼ਤ ਦਿਓ। ਤਾਂ ਉਸ ਵੇਲੇ ਦੇ ਜਿਹੜਾ DFO ਸੀਗਾ ਉਸ ਨੇ ਬਣਾਇਆ 32 ਕਰੋੜ ਰੁਪਏ ਦਾ ਐਸਟੀਮੇਟ ਵੀ ਸਾਡੀ ਜ਼ਮੀਨ ਮਹਿੰਗੀ ਆ, ਇਹ ਤੁਸੀਂ ਵਰਤੋਂਗੇ ਆਪਣੇ ਤਰੀਕੇ ਨਾਲ, ਸਾਡੀ ਜ਼ਮੀਨ ਹੈ ਤੇ ਸਾਨੂੰ 32 ਕਰੋੜ ਰੁਪਇਆ ਦਿਓ। ਤਾਂ ਉਹ ਕਹਿੰਦੇ ਵੀ ਅਸੀਂ ਬੇਵਸ ਹੋ ਗਏ। ਪਰ ਸਰਕਾਰ ਆ ਗਈ, ਉਹ ਰਹਿ ਗਈ ਤਨਕ ਰਹਿ ਗਈ, ਉਹ ਸਰਕਾਰ ਆ ਗਈ ਕਾਂਗਰਸ ਦੀ, ਚਮਕੌਰ ਸਿੰਘ ਸਰੂ ਸਿੰਘ ਧਰਮਸੋਤ ਕਹਿੰਦੇ ਜੀ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਤੇ ਟੈਲਾਂ ਨਾਲ ਲੱਗੀਆਂ ਜਾਣ, ਇਹ ਕਿਵੇਂ ਹੋ ਸਕਦਾ। ਉਹਨਾਂ ਨੇ ਫਿਰ ਇੱਕ DFO ਬਦਲਿਆ ਉੱਥੋਂ, ਜਿਹੜਾ ਪੁਰਾਣਾ ਸੀਗਾ, ਬਦਲ ਕੇ ਨਵਾਂ DFO ਲਿਆਂਦਾ। ਉੱਥੇ ਨਵੇਂ DFO ਨੂੰ ਇਸ ਤਰੀਕੇ ਨਾਲ ਕਿਹਾ ਗਿਆ ਕਿ ਉਹਨਾਂ ਤੇ ਵੀ ਤੂੰ ਅੱਖਾਂ ਨਹੀਂ ਚਲਾ ਬਸ, ਇਹ ਮੁੱਖ ਮੰਤਰੀ ਦਾ ਹੈਗਾ, ਕਿਉਂਕਿ ਮੇਅਰ ਵੀ ਕਾਂਗਰਸ ਦਾ ਸੀਗਾ ਤੇ ਕਾਂਗਰਸ ਦੇ ਮੇਅਰ ਨੇ ਉਹਨਾਂ ਜਿਹੜੇ ਸ਼ੋਰੂਮ ਵਾਲਿਆਂ ਤੋਂ ਕਹਿੰਦੇ ਵੀ ਉੱਥੇ ਮੰਤਰੀ ਤੱਕ ਕਿੰਨਾ ਕੁ ਪਹੁੰਚਾਇਆ, ਉਹਨਾਂ ਤੋਂ ਜੋ ਲਿਆ ਹੈ ਸਮਾਨ ਜੋ ਪੈਸਾ ਹੋਗਾ, ਕਿੱਦਾਂ ਪੈਸੇ ਬਚਾ ਕੇ ਤੇ 32 ਕਰੋੜ ਦਾ ਘਾਟਾ ਪਵਾਇਆ ਜੰਗਲਾਤ ਵਿਭਾਗ ਨੂੰ।
ਉਹ ਕੇਸ ਵੀ ਇਹਨਾਂ ਦਾ ਖੁੱਲ ਰਿਹਾ ਹੁਣ ਕਿ ਇਹ ਤਰੀਕਾ ਸੀ ਕੰਮ ਕਰਨ ਦਾ ਉਹਨਾਂ ਦਾ ਵੀ ਕਿੱਦਾਂ ਕਿਹੜੀ ਚੀਜ਼ ਤੋਂ ਕਿੰਨੇ ਪੈਸੇ ਲੋਕਾਂ ਨੂੰ ਲੈਣੇ ਆ ਤੇ ਕਿੱਦਾਂ ਗਲਤ ਕੰਮ ਜਿਹੜਾ ਹੈਗਾ ਉਹਨੂੰ ਸਹੀ ਕਰਨਾ, ਪਰਵਾਹ ਨਹੀਂ ਕਰਨੀ, ਕਾਨੂੰਨ ਹੈ ਆਪਣੀ ਮੰਗ ਆਪਾਂ ਮੰਤਰੀਆਂ ਜੋ ਮਰਜ਼ੀ ਕਰੋ ਜੀ, ਏਦਾਂ ਵਗੇ ਪੂਰਾ ਸਰਕਾਰ ਦੂਰ ਕਰ ਚੁੰਨਾ ਲਾਉਂਦੇ ਰਹੇ ਜੀ। ਕਾਲਰ ਨੇ ਕਾਲ ਬੇਨਤੀ ਹੈ ਕਿ ਸਵਾਲ ਛੋਟਾ ਰੱਖਿਆ ਜਾਵੇ। ਔਰ ਵਿਜੇ ਸਿੰਗਲਾ ਹਾਈ ਕੋਰਟ ਪੁੱਜੇ ਨੇ ਔਰ ਇੱਕ ਸਾਬਕਾ ਮੰਤਰੀ ਹੈ ਭਾਰਤ ਭੂਸ਼ਣ। ਅੱਛਾ, ਜਦੋਂ ਸੱਤਾ ਦੇ ਵਿੱਚ ਸੀ ਜਨਾਬ ਦੀ ਟੌਰ ਬੜੀ ਸੀ, ਬੋਲਛਾਲ ਬੋਲੀ ਚਾਲੀ ਤੇ ਮਾਗਨਾ ਕਮਾਲ ਦੀ, ਬੜੇ ਫੁੱਲ ਕਿਰਕ ਡਿੱਗਦੇ ਹੁੰਦੇ ਸੀ। ਤੁਹਾਨੂੰ ਸ਼ਾਇਦ ਯਾਦ ਹੋਊਗਾ ਇੱਕ ਟੀਚਰ ਵਾਲੇ ਪ੍ਰਿੰਸੀਪਲ ਵਾਲੇ ਮਾਮਲੇ ਦੀ ਵੀ, ਹਨਾ, ਬੜਾ ਫੋਨ ਕਾਲ ਦੇ ਉੱਪਰ ਬੜਾ ਕੀਤਾ ਕਿ ਨਹੀਂ ਜੀ। ਉਹ ਅਜੇ ਕਰਦੇ ਆ ਗੱਲ, ਪਰ ਕਾਲ ਲੈ ਲਈਏ ਪਹਿਲਾਂ। ਵੈਲਕਮ ਜੀ, ਕੱਟੇ ਗਈ। ਚਲੋ, ਵਿਜੇ ਸਿੰਗਲਾ ਜਨਾਬ ਹਾਈ ਕੋਰਟ ਚ ਪਹੁੰਚੇ ਨੇ, ਮੈਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ, ਕੀ ਕਹਿਣਾ ਚਾਹੋਗੇ? ਵਿਜੇ ਸਿੰਗਲਾ ਜੀ ਉਹ ਆਪਣਾ ਸਿਹਤ ਮੰਤਰੀ ਹੈਗੇ ਜਿਨ੍ਹਾਂ ਦੇ ਕੋਲੋਂ ਆਪਣਾ ਜਿਨ੍ਹਾਂ ਨੂੰ ਕਿ ਆਡੀਓ ਤੇ ਕੁਝ ਜਿਹੜੇ ਗਵਾਹਾਂ ਦੇ ਤਹਿਤ ਉਹਨਾਂ ਨੂੰ ਬਾਹਰ ਕੀਤਾ ਮੰਤਰੀ ਪਦ ਤੋਂ, ਤੇ ਉਹ ਹਾਈ ਕੋਰਟ ਚ ਪਹੁੰਚੇ ਨੇ ਤੇ ਉਹਨਾਂ ਨੇ ਕਿਹਾ, ਅੱਜ ਕੱਲ੍ਹ ਜੇਲ੍ਹ ਚ ਨੇ ਜਨਾਬ, ਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਵਕੀਲ ਰਾਹੀਂ ਕਿਹਾ ਕਿ ਉਸ ਨੂੰ ਸਾਜ਼ਿਸ਼ ਤਹਿਤ ਖਤਮ ਕੀਤਾ ਗਿਆ, ਸਾਜ਼ਿਸ਼ ਤਹਿਤ ਕੱਢਿਆ ਗਿਆ, ਤੇ ਉਸ ਨੇ ਕਿਸੇ ਰਿਸ਼ਵਤ ਲਈ ਨਾ ਕਿਤੇ ਕੋਈ ਟੈਂਡਰ ਦੇ ਪੈਸੇ ਦੀ ਮੰਗ ਕੀਤੀ ਆ, ਤੇ ਸਭ ਝੂਠ ਇਲਜ਼ਾਮ ਹੈਗਾ ਇਹ। ਦੇਖੋ ਮੰਨਦੇ ਹਾਈ ਕੋਰਟ ਜ਼ਮਾਨਤ ਕਰਦੇ ਨਹੀਂ, ਪਰ ਉਹ ਸਾਰੇ ਹੀ ਉਹ ਕਹਿੰਦਾ ਮੇਰੇ ਕੋਈ ਗੱਲ ਨਹੀਂ ਐਸੀ ਹੈਗੀ। ਦੂਜਾ ਬੰਦਾ ਹੈ ਭਾਰਤ ਭੂਸ਼ਣ ਦੀ ਗੱਲ ਕੀਤੀ ਤੁਸੀਂ, ਤੇ ਕਾਫੀ ਟੌਰ ਵਾਲਾ ਮੰਤਰੀ ਸੀਗਾ ਜੀ, ਹੈਗਾ ਜੀ, ਅੱਜ ਵੀ ਹੈਗਾ। ਇਸ ਦੀ ਜਾਂਚ ਕਰ ਰਹੀ ਹੈ। ਇਹਦੇ ਚ ਨਾ 2000 ਕਰੋੜ ਰੁਪਏ ਦਾ ਟੈਂਡਰਾਂ ਵਿੱਚ ਘਪਲੇ ਦਾ ਦੋਸ਼ ਹੈ, ਟੈਂਡਰ ਇਹਦੇ ਕੋਲ ਇੰਨਾ ਦੋਸ਼ ਹੈਗਾ, ਤੇ ਇਸ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ, ਤੇ ਜਾਂਚ ਦੌਰਾਨ ਵੀ ਕਿਸੇ ਟਾਈਮ ਗ੍ਰਿਫਤਾਰੀ ਵੀ ਹੋ ਸਕਦੀ ਹੈ। ਤੇ ਜਨਾਬ ਪਹੁੰਚ ਗਏ ਨੇ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਮੇਰੇ ਖਿਲਾਫ ਜਾਂਚ ਹੋ ਰਹੀ ਹੈ, ਮੈਨੂੰ ਵਿਜੀਲੈਂਸ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਆ, ਤੇ ਮੈਨੂੰ ਕਿਰਪਾ ਕਰਕੇ ਕਹੋ ਵਿਜੀਲੈਂਸ ਨੂੰ ਆਰਡਰ ਕਰੋ ਕਿ 7 ਦਿਨ ਦਾ ਨੋਟਿਸ ਦੇਣ ਮੈਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ, ਤੇ ਤਾਂ ਕਿ ਮੈਂ ਜਿਹੜਾ ਕਿ ਮੇਰੇ ਜ਼ਰੂਰੀ ਕੰਮ ਨੇ ਉਹਨਾਂ ਨੂੰ ਨਿਪਟਾ ਸਕਾਂ। ਵਿਜੀਲੈਂਸ ਜਿਹੜਾ ਮੇਰੇ ਖਿਲਾਫ ਕਾਰਵਾਈ ਕਰ ਰਹੀ ਹੈ ਗਲਤ ਹੈ, ਇਹ ਉਸ ਨੇ ਜਾ ਕੇ ਹਾਈ ਕੋਰਟ 'ਚ ਕਿਹਾ ਜਾਊਗਾ। ਸੰਗਰੂਰ ਚਰਚਾ ਦੇ ਵਿੱਚ ਹੈ। ਲੋਕ ਤਾਂ ਇਹ ਵੀ ਸਵਾਲ ਕਰਦੇ ਨੇ ਕਿ 2 ਘਰ ਦੇ ਮੈਂਬਰ ਪਾਰਲੀਮੈਂਟ ਨੇ MP ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ, ਪ੍ਰਚਾਰਿਆ ਇਹ ਜਾ ਰਿਹਾ ਕਿ ਰਾਜੋਆਣਾ ਦੀ ਮੂੰਹ ਬੋਲੀ ਭੈਣ ਕਮਲਜੀਤ ਜਿਵੇਂ MP ਬਣਦੀ ਹੈ, ਮੈਂਬਰ ਪਾਰਲੀਮੈਂਟ ਬਣਦੀ ਹੈ, ਤੇ ਬੰਦੀ ਸਿੰਘਾਂ ਦੀ ਰਿਹਾਈ ਸੁਖਾਲੀ ਹੋਵੇਗੀ। ਪਰ ਅੱਜ ਪੜ੍ਹੇ ਲਿਖ ਗਏ ਨੇ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਧਨਾੜ ਵਿਅਕਤੀ ਹੁੰਦੇ ਸੀ, ਅਲੱਗ-ਅਲੱਗ ਸਕੂਲ ਕਾਲਜ ਨਹੀਂ ਸੀ ਖੋਲ੍ਹਣ ਦਿੰਦੇ, ਛਾਤਰ ਜਿਹੜੇ ਸੀਗੇ, ਵੀ ਜੇ ਪੜ੍ਹ ਗਏ, ਜੇ ਇਹਨਾਂ ਨੇ ਨੌਲੇਜ ਪ੍ਰਾਪਤ ਕਰ ਲਈ, ਇਹਨਾਂ ਕੋਲ ਗਿਆਨ ਆ ਗਿਆ, ਤੇ ਇਹਨਾਂ ਨੇ ਸਾਨੂੰ ਗਿਆਨ ਝਾੜਨਾ, ਤੇ ਸਾਡੇ ਕੋਲ ਗਿਆਨ ਦੀਆਂ ਗੱਲਾਂ ਹੋਣੀਆਂ ਨਹੀਂ। ਹੁਣ ਬਈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਇਹ ਚਰਚਾ ਛਿੜੀ, ਲੋਕ ਪੁੱਛਦੇ ਨੇ ਵੀ ਤੁਹਾਡੇ ਕੋਲ 2 ਮੈਂਬਰ ਪਾਰਲੀਮੈਂਟ ਤਾਂ ਹੈਗੇ, ਉਦੋਂ ਤੁਸੀਂ ਨਹੀਂ ਛਡਾ ਸਕਦੇ, ਤੁਹਾਡੇ ਕੋਈ ਇੰਨੇ ਮੈਂਬਰ ਪਾਰਲੀਮੈਂਟ ਸੀ, ਉਦੋਂ ਤੁਸੀਂ ਬੰਦੀ ਨਹੀਂ ਛਡਾ ਸਕਦੇ। ਜਦੋਂ ਵਾਜਪੇਈ ਸਰਕਾਰ ਦੇ ਵੇਲੇ ਸਿਰਫ 1 ਮੈਂਬਰ ਪਾਰਲੀਮੈਂਟ ਚਾਹੀਦਾ ਸੀ, ਉਦੋਂ ਤੁਸੀਂ ਮੁੱਦਾ ਨਹੀਂ ਉਠਾਇਆ। ਜਿਨ੍ਹਾਂ ਨੂੰ ਤੁਸੀਂ ਖਤਰਨਾਕ ਅੱਤਵਾਦੀ ਕਹਿੰਦੇ ਰਹੇ, ਖਤਰਨਾਕ ਆਤੰਕਵਾਦੀ ਕਹਿੰਦੇ ਰਹੇ, ਬਾਹਾਂ ਖੜੀਆਂ ਕਰਦੇ ਰਹੇ ਕਿ ਸਾਡੇ ਕੋਲ ਕੁਝ ਨਹੀਂ ਹੋਣਾ, ਅਸੀਂ ਬੰਦੀ ਸਿੰਘਾਂ ਬਾਰੇ ਕੁਝ ਨਹੀਂ ਕਰ ਸਕਦੇ। 2 ਮੈਂਬਰ ਪਾਰਲੀਮੈਂਟ ਤੁਸੀਂ ਹੋ, ਤੇ ਤੀਜਾ ਤੁਸੀਂ ਰਾਜੋਆਣਾ ਦੀ ਭੈਣ ਨੂੰ ਖੜਾ ਕਰਕੇ ਕੀ ਮਤਲਬ ਜੇ ਜਿੱਤ ਜਾਂਦੀ ਹੈ ਤਾਂ ਫਿਰ ਬੰਦੀ ਸਿੰਘ ਰਿਹਾ ਹੋ ਜਾਣਗੇ? ਸਵਾਲ ਉੱਠ ਰਿਹਾ। 6 ਮੰਤਰੀ ਸਣੇ ਸਾਰੇ ਵਿਧਾਇਕ ਡਟੇ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ, ਤੇ ਗੱਲ ਇਹ ਵੀ ਸਿੱਧੀ ਕਰ ਦਈਏ ਕਿ ਕੀ ਗਰੰਟੀ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਜੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਤੇ ਉਹ ਸੈਂਟਰ ਵਾਲੇ ਕਹਿਣ ਜੀ ਆਓ ਜੀ ਮਾਨ ਸਾਹਿਬ ਆਓ ਤੁਸੀਂ ਆ ਗਏ, ਬੰਦੀ ਸਿੰਘ ਰਿਹਾ ਕਰ ਦੇਣੇ ਆ। ਹਾਂਜੀ, ਕੀ ਗਰੰਟੀ ਹੈ? ਤੁਹਾਡੇ ਤਾਂ ਸ਼ਹੀਦ ਤੁਹਾਡੇ ਵੰਡੇ ਹੋਏ, ਗ੍ਰੰਥ ਤੁਹਾਡੇ ਵੰਡੇ ਹੋਏ, ਅਰਦਾਸ ਤੁਹਾਡੀ ਵੰਡੀ ਹੋਈ, ਅਰਦਾਸ ਸਾਡੀ ਇੱਕ ਨਹੀਂ। ਹਾਂਜੀ, ਅਰਦਾਸ ਰਹਿਤ ਮਰਿਆਦਾ ਸਾਡੀ ਇੱਕ ਨਹੀਂ। ਵੇਖਣ ਨੂੰ ਇਹ ਸੰਤਰਾ, ਅੰਦਰੋਂ ਫਾੜੀਆਂ ਮੈਂ ਇਹਦਾ ਮੈਂ ਉਹਦਾ ਮੈਂ ਉਹਦਾ ਮੈਂ ਇਹਦਾ ਮੈਂ ਆ। ਹਾਂਜੀ, ਕੀ ਸਰਦਾਰ ਸਿਮਰਜੀਤ ਸਿੰਘ ਮਾਨ ਜਿੱਤ ਜਾਂਦੇ ਨੇ ਤਾਂ ਬੰਦੀ ਸਿੰਘ ਰਿਹਾ ਹੋ ਜਾਣਗੇ? ਕੋਈ ਗਰੰਟੀ ਨਹੀਂ, ਪਰ ਮੈਦਾਨ ਭਖਿਆ ਹੋਇਆ। ਕੀ ਕਹਿਣਾ ਚਾਹੋ? ਅੱਛਾ, ਜਿਹਦਾ ਇਹ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਚਲੋ ਤੁਸੀਂ ਗੱਲ ਕੀਤੀ ਹੈ ਕਿ ਵੰਡੇ ਪਿਆ ਸੀ। ਮੇਰੇ ਖਿਆਲ 'ਚ ਇੱਕ ਗੱਲ ਹੋਰ ਵੀ ਹੈ ਇੱਥੇ, ਮੈਂ ਵੱਖਰੀ ਗੱਲ ਆ ਖਬਰ ਤੋਂ ਇਹ, ਦਰਬਾਰ ਸਾਹਿਬ ਦੇ ਵਿੱਚ ਜਾਓ ਆਪਾਂ, ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੋ ਪਾਠ ਹੁੰਦਾ ਹੈ ਉੱਥੇ ਕਹਿੰਦੇ ਰਾਗਮਾਲਾ ਹੈਗੀ ਆ। ਅਕਾਲ ਤਖ਼ਤ ਸਾਹਿਬ ਤੇ ਜੋ ਗੁਰੂ ਗ੍ਰੰਥ ਸਾਹਿਬ ਹੈਗੇ ਨੇ ਪਾਠ ਹੁੰਦਾ, ਉੱਥੇ ਰਾਗਮਾਲਾ ਹੈ ਨਹੀਂ। ਇਹ ਵੀ ਮੇਰੇ ਖਿਆਲ 'ਚ ਕੋਈ ਗੱਲ, ਮੈਂ ਕਹਿੰਦਾ ਜੀ ਸਾਡੀ ਕੌਮ ਆਜ਼ਾਦ ਹੈ। ਤੁਸੀਂ ਮੈਨੂੰ ਕੋਈ ਵੀ ਆ ਕੇ ਇੱਥੇ ਕਹਿੰਦੇ ਨੇ ਕਿ
बड़े बड़े महापुरख भी आए आ। एक मेरा सवाल का कोई भी महापुरख जवाब दे, तुसीं आज़ाद किद्दां हो? तुसीं एक थां ते अरदास पूरी पढ़दे हो, देशां विदेशां दे विच गुरद्वारा साहिबां भी तुहाडी अरदास हुंदी है, राज करेगा खालसा आकी रहे ना कोई। दोहरा पढ़दे हो, एक थां ते पढ़िया नहीं जांदा क्योंकि अंग्रेज़ां ने बंद कराया सी। अंग्रेज़ हुण भी तुहानूं कहिंदे आ। क्यों नहीं अकाल तख्त साहब दे जहेदार साहब एक जिहड़ी अरदास ही एक कर दो, चलो बाकी तो की करना। तुसीं ਆਪਾਂ ਕਈ ਵਾਰੀ ਗੱਲ ਕਰ ਚੁੱਕੀ ਹੈ ਕਿ 1 ਸੈਕਿੰਡ ਲੱਗਦਾ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲਵਾਈਆਂ, 1 ਸੈਕਿੰਡ ਲੱਗਦਾ। ਉਹੀ ਅਰਦਾਸੀਏ ਦੇ ਹੱਥ ਦੇ ਵਿੱਚ $100 ਫੜਾ ਦਿਓ, ਅਮਰੀਕਨ ਹੋਵੇਗਾ ਤਾਂ ਹੋਰ ਅਰਦਾਸ ਲੰਬੀ ਹੋ ਜਾਣੀ ਹੈ, ਕੈਨੇਡੀਅਨ ਹੋਊਗਾ ਤਾਂ ਸ਼ਾਇਦ 2-4 ਇੱਕ ਮਿੰਟ ਇੱਧਰ ਉੱਧਰ ਹੋ ਜੇ। ਹਾਂਜੀ, ਅਰਦਾਸ ਉਹ ਲੰਬੀ ਹੋ ਜਾਣੀ। ਕਈਆਂ ਥਾਵਾਂ ਤੇ ਅਰਦਾਸ ਵੀ ਪੂਰੀ ਨਹੀਂ ਹੋ। ਰਾਗਮਾਲਾ ਦੀ ਤੁਸੀਂ ਗੱਲ ਕੀਤੀ, ਅਸੀਂ ਕਿੱਥੇ ਖੜੇ ਹੋ ਤੁਸੀਂ? ਸ਼ਹੀਦ ਤੁਹਾਡੇ ਵੰਡੇ ਹੋਏ, ਜੇਲ੍ਹਾਂ ਦੇ ਵਿੱਚ ਬੰਦੀ ਸਿੱਖ ਤੁਹਾਡੇ ਵੰਡੇ ਹੋਏ, ਦੱਸੋ ਨਾ। ਅੰਦਰ ਬੰਦੀ ਸਿੰਘ ਆ, ਕਹਿੰਦਾ ਸਰਦਾਰ ਸਿਮਰਜੀਤ ਸਿੰਘ ਦੀ ਮਾਨ ਦੀ ਹਮਾਇਤ ਕਰੋ, ਭਾਈ ਹਵਾਰਾ ਸਾਹਿਬ, ਤੇ ਅੰਦਰੋਂ ਇੱਕ ਹੈਗਾ ਭਾਈ ਰਾਜੇਵਾਲਾ, ਕਹਿੰਦਾ ਵੀ ਮੇਰੀ ਭੈਣ ਦੀ ਮਦਦ ਕਰੋ। ਦੋਵੇਂ ਬੰਦੀ ਸਿੰਘ ਅੰਦਰ। ਪੰਥ ਦਾ ਕੋਈ ਵੀ ਪ੍ਰਚਾਰਕ ਆ ਕੇ ਗੱਲ ਕਰਨੀ ਚਾਹੇ, ਜਵਾਬ ਦੇਣਾ ਚਾਹੇ, ਗੱਲ ਕਰਨੀ ਚਾਹੇ ਇਸ ਵਿਸ਼ੇ ਤੇ, ਨੋ ਪ੍ਰੋਬਲਮ। 905 813 1320 905 813 1320। ਹਾਂਜੀ, ਖਡੂਰ ਦੇ ਵਿੱਚ 5 ਧਿਰੀ ਮੁਕਾਬਲਾ ਚੱਲ ਰਿਹਾ ਸਭ ਤੇ 5 ਧਿਰੀ ਬੰਦਿਆਂ ਦੇ ਵਿੱਚ ਆਪਾਂ ਆਪਣੇ ਝੋਕੇ ਨੇ ਬੜੇ ਵੱਡੇ ਵੱਡੇ ਬੰਦੇ, ਜਿਵੇਂ 6 ਮੰਤਰੀ ਤਾਂ ਆਮ ਆਦਮੀ ਪਾਰਟੀ ਦੇ ਝੋਕ ਦੇ ਉੱਤੇ। ਹਰ ਇੱਕ ਹਲਕੇ ਦੇ ਵਿੱਚ 5-5 7-7 MLA ਫਿਰਦੇ ਆ, ਡਿਊਟੀਆਂ ਲੱਗੀਆਂ ਨੇ ਪੂਰੀਆਂ, ਤੇ ਜਿਹੜੇ ਕਿ ਹੋਰ ਵਲੰਟੀਅਰ ਹੈਗੇ ਆ ਵੱਖਰੇ ਆ। ਇਕੱਲੇ ਇਕੱਲੇ ਘਰ ਵਿੱਚ ਆਮ ਆਦਮੀ ਪਾਰਟੀ ਨੇ ਬੰਦੇ ਬਿਠਾਏ ਹੋਏ ਆਪਣੇ। BJP ਵਾਲੇ ਬੰਦੇ ਪੱਖ ਵਿੱਚ ਵੱਡਾ ਪ੍ਰਚਾਰ ਕਰ ਰਹੇ ਆ, ਤੇ ਉਹ ਵੀ ਕਹਿੰਦੇ ਆ ਕਿ BJP ਜੇ ਜਿੱਤਦੀ ਆ ਪੰਜਾਬ ਦੇ ਵਿੱਚ ਤੇ ਸੰਗਰੂਰ ਦੇ ਵਿੱਚ, ਸੰਗਰੂਰ ਦੇ ਲੋਕਾਂ ਦਾ ਭਲਾ ਹੋਵੇਗਾ, ਕਿਉਂਕਿ ਸੈਂਟਰ ਦੀ ਫੰਡ ਉਹ ਲੈ ਕੇ ਆ ਸਕਦਾ। ਅਗਲੀ ਗੱਲ ਆ ਸਿਮਰਜੀਤ ਸਿੰਘ ਮਾਨ ਦੀ। ਸਿਮਰਜੀਤ ਸਿੰਘ ਮਾਨ ਜਿਹੜੇ ਹੈਗੇ ਆ ਉਹ ਆਪਣਾ ਖਾਲਿਸਤਾਨ ਦਾ ਮੁੱਦਾ ਉਹਨਾਂ ਨਾਲ ਹੈਗੇ ਹੀ ਆ ਉਹਨਾਂ ਕੋਲੇ, ਤੇ ਹੋਰ ਵੀ ਜਿਹੜਾ ਦੀਪ ਸਿੱਧੂ ਨੂੰ ਨਾਲ ਲੈ ਕੇ ਤੁਰੇ ਨੇ। ਦੀਪ ਸਿੱਧੂ ਕਹਿੰਦਾ ਮੇਰੇ ਨਾਲ ਹਰ ਟਾਈਮ ਹੈਗਾ, ਦੀਪ ਸਿੱਧੂ ਵਰਗੇ ਬੰਦੇ ਨੂੰ ਅਸੀਂ ਭੁਲਾ ਨਹੀਂ ਸਕਦੇ। ਉਹ ਦੀਪ ਸਿੱਧੂ ਦੀ ਗੱਲ ਵੀ ਹਰ ਇੱਕ ਭਾਸ਼ਣ ਵਿੱਚ ਕਰਦੇ ਆ। ਇਸੇ ਤਰੀਕੇ ਨਾਲ ਆਪਣੇ ਹੈਗੇ ਨੇ ਜੀ ਇਹ ਜਿਹੜੇ ਕਾਂਗਰਸੀ ਹੈਗੇ ਆ, ਤੇ ਉਹਨਾਂ ਨੇ ਵੀ ਆਪਣੇ ਤਰੀਕੇ ਨਾਲ ਪ੍ਰਚਾਰ ਸ਼ੁਰੂ ਕੀਤਾ, ਆਰੰਭ ਰੱਖਿਆ। ਕਮਲਜੀਤ ਕੌਰ ਰਾਜੋਆਣਾ ਦੇ ਪੱਖ ਵਿੱਚ ਸੁਖਬੀਰ ਸਿੰਘ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੁੱਦਾ ਬਣਾਉਣ ਵਿੱਚ ਕਾਮਯਾਬ ਤਾਂ ਹਜੇ ਨਹੀਂ ਹੋਏ, ਪਰ ਉਹ ਹਰ ਭਾਸ਼ਣ ਵਿੱਚ ਇਹ ਬੰਦੀ ਸਿੰਘਾਂ ਦੀ ਗੱਲ ਕਰਦੇ ਆ। ਲੋਕ ਇਹਦੇ ਬਾਰੇ ਜਾਣਗੇ ਇਹ ਤਾਂ ਅਜੇ ਪਤਾ ਨਹੀਂ, ਸਰਕਾਰ ਵਾਲੇ ਪਾਸੇ ਜਾਣੇ ਕਿਵੇਂ ਜਾਣਗੇ ਬਾਰੇ ਪਤਾ ਨਹੀਂਗਾ। ਕੁਝ ਰਿਪੋਰਟਾਂ ਇਹ ਆ ਰਹੀਆਂ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਉੱਥੇ ਗ੍ਰਾਫ ਹੇਠਾਂ ਆਇਆ। ਕੁਝ ਰਿਪੋਰਟਾਂ ਆ ਰਹੀਆਂ ਨੇ ਵੀ ਆਮ ਆਦਮੀ ਪਾਰਟੀ ਦੀ ਜਿੱਤ ਹਾਸਲ ਹੋ ਰਹੀ ਹੈ, ਕਿਉਂਕਿ 5 ਧਿਰੀ ਮੁਕਾਬਲੇ ਵਿੱਚ ਵੋਟਾਂ 5 ਥਾਂ ਦੇ ਬੰਨੇ ਜਾ ਰਹੇ ਨੇ, ਤੇ ਇਸ ਕਰਕੇ ਸਰਕਾਰੀ ਪੱਖ ਵਿੱਚ ਪੈਣ ਵਾਲੀ ਵੋਟ ਜ਼ਿਆਦਾ ਹੈਗੀ। ਇਸ ਕਰਕੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਉੱਥੇ ਬਾਜੀ ਮਾਰ ਸਕਦਾ। ਆਪਣੀ ਰਿਪੋਰਟਾਂ ਨੇ, ਮੀਡੀਆ ਆਪਣੀ ਰਿਪੋਰਟਾਂ ਵੀ ਪੇਸ਼ ਕਰ ਰਿਹਾ ਚਾਵਲਾ ਸਾਹਿਬ, ਅਜੇ ਸਥਿਤੀ ਸਪਸ਼ਟ ਨਹੀਂ ਹੈਗੀ। ਆਖਰੀ ਕੁਐਸਚਨ ਆ, ਵਾਈਂਡ ਅਪ ਕਰਾਂਗੇ। ਵੈਸੇ ਤਾਂ ਇੱਥੇ ਕਹਾਵਤ ਢੁੱਕਦੀ ਆ, ਸੱਚ ਤਾਂ ਬੋਲੇ ਸ਼ਾਨ ਕਿਉਂ ਬੋਲੇ। ਸਵਾਲ ਤੁਸੀਂ ਸਮਝ ਜਾਓਗੇ ਮੇਰਾ। ਸੁਖਬੀਰ ਬਾਦਲ ਬੋਲੇ ਨੇ ਕਿ ਕਤਲਾਂ ਤੇ ਗੈਂਗਵਾਰਾਂ ਦਾ ਸੂਬਾ ਬਣਿਆ ਪੰਜਾਬ। ਹਾਂਜੀ, ਹੁਣ ਜੇ ਇੱਥੇ ਕਿਸੇ ਪਾਰਟੀ ਦਾ ਪੱਖ ਪੂਰਨਾ ਹੋਵੇ ਕਿ ਵਾਹ 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 ਕਾਕਾ ਜੀ ਨੇ ਕਿੱਡਾ ਵੱਡਾ ਮੁੱਦਾ ਚੁੱਕਿਆ, ਹਨਾ, ਕਾਕਾ ਜੀ ਨੇ ਕਮਾਲ ਦਾ ਬਿਆਨ ਦਿੱਤਾ, ਕਾਕਾ ਜੀ ਬੱਲੇ ਬੱਲੇ। ਪਰ ਕਾਕਾ ਜੀ ਨੂੰ ਸਾਹਮਣੇ ਬਿਠਾ ਕੇ ਪੁੱਛੋ ਕਿ ਜਿਹੜੇ ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਤੁਸੀਂ ਕਰੋੜ ਕੇ ਤੁਹਾਡੀਆਂ ਅਖਬਾਰਾਂ ਕਰ ਲਓ, ਤੁਹਾਡੀ ਸਪੀਚਜ਼ ਕਰ ਲਓ, ਖਾੜਕੂ ਕਹਿੰਦੇ ਨੇ ਬਾਹਾਂ ਖੜੀਆਂ ਕਰਦੇ ਅਸੀਂ ਕੁਛ ਨਹੀਂ ਕਰ ਸਕਦੇ। ਅੱਜ ਤੁਹਾਨੂੰ ਉਹ ਕੁਰਸੀ ਖੁੱਸਣ ਤੋਂ ਬਾਅਦ ਯਾਦ ਆ ਗਏ। ਇਹ ਹਮੇਸ਼ਾ ਹੀ ਰਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਇਹ ਹਮੇਸ਼ਾ ਹੀ ਰਿਹਾ। ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਨਾਰਾਜ਼ ਨਾ ਹੋਇਓ, ਇਹ ਸੱਚਾਈ ਹੈ। ਸੁਖਬੀਰ ਬਾਦਲ ਹੁਣਾਂ ਨੇ ਇਹ ਜਿਹੜਾ ਬਿਆਨ ਦਿੱਤਾ ਹੈ ਗੈਂਗਵਾਰਾਂ ਦਾ ਸੂਬਾ ਬਣਿਆ ਪੰਜਾਬ, ਉਹ ਤੁਹਾਡੇ ਰਾਜ ਦੇ ਵਿੱਚ ਮਹਾਰਾਜ ਇੱਕ ਪਿਓ ਆਪਣੀ ਧੀ ਨੂੰ ਕਹਿੰਦਾ ਵੀ ਨਾ ਛੇੜ ਤੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ, ਤੇ ਛਤਰਛਾਇਆ ਕਿਹਨੂੰ ਸੀ ਉਹਦੀ? ਤੁਹਾਡੇ ਹੀ ਰਾਜ ਦੇ ਵਿੱਚ ਇੱਕ ਧੀ ਨੂੰ ਸ਼ਰੇਆਮ ਚੁੱਕ ਕੇ ਲੈ ਕੇ ਗਿਆ ਸੀਗਾ। ਤੁਹਾਡੇ ਹੀ ਰਾਜ ਦੇ ਵਿੱਚ ਇਸੇ ਹੀ ਰਾਜੋਆਣੇ ਦੀ ਜਦੋਂ ਗੱਲ ਚੱਲੀ ਸੀ ਤੇ ਗੋਲੀਆਂ ਸਿੱਧੀਆਂ ਛਾਤੀ 'ਚ ਵੱਜੀਆਂ ਸੀ, ਉਦੋਂ ਕਿਹਦਾ ਰਾਜ ਸੀ? ਤੁਹਾਡੇ ਹੀ ਰਾਜ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਬਰਗਾੜੀ ਵਾਲਾ ਲੈ ਲਓ ਜਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਸਲਾ ਲੈ ਲਓ, ਸਿੱਧੀਆਂ ਛਾਤੀ 'ਚ ਗੋਲੀਆਂ ਵੱਜੀਆਂ, ਕਿਹਦਾ ਰਾਜ ਸੀ? ਔਰ ਕਿੰਨੇ ਕੁ ਗਨਾਈਏ? ਬਹੁਤ ਕੁਝ ਪਿਆ ਇਤਿਹਾਸ ਦੇ ਬੁੱਕਲ ਦੇ ਵਿੱਚ। ਚਾਵਲਾ ਸਾਹਿਬ 9 ਸੈਕਟਰ ਦੇ ਵਿੱਚ ਬੜੀ ਵੱਡੀ ਕੋਠੀ ਹੈ ਬਾਦਲਾਂ ਦੀ। ਕਹਿੰਦੇ ਉੱਥੇ ਇੱਕ ਏਜੰਸੀ ਵਾਲੇ ਬੰਦੇ ਆਏ, ਏਜੰਸੀ ਵਾਲੇ ਬੰਦੇ ਕਹਿੰਦੇ ਬਾਦਲ ਸਾਹਿਬ ਨੂੰ, ਕਹਿੰਦੇ ਤੁਸੀਂ ਨਾ ਜੀ ਸਾਨੂੰ ਸ਼ੰਕਾ ਇਹ ਆ ਕਿ ਪੰਜਾਬ ਦੇ ਵੀ ਦਰਬਾਰ ਸਾਹਿਬ 'ਤੇ ਅਟੈਕ ਹੋਣ ਲੱਗਿਆ,
ਹੋਇਆ, ਮਤਲਬ ਕਿ ਅਟੈਕ ਦੇ ਮਾਮਲੇ ਵਿੱਚ ਸਾਨੂੰ ਸ਼ੰਕਾ ਹੈ ਕਿ ਭਾਰਤ ਦੀ ਜੋ ਸਿੱਖ ਫੌਜੀ ਹੈਗੇ ਆ ਉਹ ਕਿਤੇ ਬਗਾਵਤ ਨਾ ਕਰ ਦੇਣ, ਕਿ ਸਾਨੂੰ ਪ੍ਰੋਬਲਮ ਖੜੀ ਨਾ ਹੋ ਜਾਵੇ। ਇੱਕ ਬਿਆਨ ਦੇ ਦਿਓ ਤੁਸੀਂ। ਤਾਂ ਬਾਲ ਸਾਹਿਬ ਨੇ ਕਹਿੰਦੇ ਅਖਬਾਰਾਂ 'ਚ ਬਿਆਨ ਲੱਗਿਆ ਸੀ, ਉਹ ਕਹਿੰਦੇ ਕਿਹਾ ਸੀਗਾ ਭਾਈ ਵੀ ਧਰਮੀ ਜਿਹੜੇ ਫੌਜੀ ਹੈਗੇ ਆ ਨਾ ਆਪਣੀਆਂ ਬੈਰਕਾਂ ਛੱਡ ਕੇ ਬਾਹਰ ਆ ਜਾਓ, ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਬਹੁਤ ਸਾਰੇ ਧਰਮੀ ਫੌਜੀ ਬਣਿਆ, ਬਾਅਦ 'ਚ ਉਹ ਆ ਗਏ ਸੀਗੇ ਤੇ ਫਿਰ ਕਿੱਦਾਂ ਕਤਲ ਕੀਤੇ ਗਏ, ਕਿੱਦਾਂ ਸ਼ਹੀਦ ਕੀਤੇ ਗਏ, ਉਹ ਕਿੱਦਾਂ ਮਾਰੇ ਗਏ ਬੰਦੇ, ਇਹ ਆਪਾਂ ਵੀ ਜਾਣਦੇ ਹਾਂ। ਉਹਨਾਂ ਦਾ ਪਰਿਵਾਰ ਕਿੱਦਾਂ ਤਹਿਸ ਕੀਤੇ ਗਏ, ਇਹ ਆਪਾਂ ਨੂੰ ਵੀ ਪਤਾ ਹੈਗਾ। ਏਦਾਂ ਦੀ ਗੱਲਾਂ ਸੁਖਬੀਰ ਬਾਦਲ ਨੇ ਕਿਹਾ ਕਿ ਕਤਲਾਂ ਤੇ ਗੈਂਗਵਾਰਾਂ ਦਾ ਸੂਬਾ ਬਣ ਗਿਆ ਪੰਜਾਬ, ਤੇ ਇਹ ਕਿਸੇ ਦਾ ਬਹੁਤ ਵੱਡਾ ਪਿਛੇੜ ਕਰਤਾ ਦਾ ਤੇ ਬਾਕੀ ਦਾ ਰਹੀ ਕੀ ਗਿਆ। ਪਰ ਉਹਨਾਂ ਦੇ ਬਿਆਨ ਜਿਹੜੇ ਹੈਗੇ ਨੇ ਇਹ ਸੰਗਰੂਰ ਦੇ ਬਾਇਆ ਸੰਗਰੂਰ ਪੰਜਾਬ 'ਚ ਪਹੁੰਚ ਰਿਹਾ, ਤੇ ਕਿਉਂਕਿ ਸੰਗਰੂਰ ਅੱਜ ਕੱਲ੍ਹ ਕਾਫੀ ਬਹੁਤ ਜ਼ਿਆਦਾ ਉਹ ਪ੍ਰਚਾਰ ਕਰਨ ਵਾਸਤੇ ਲੱਗੇ ਹੋਏ ਨੇ ਤੇ ਹਰ ਮੁੱਦੇ ਨੂੰ ਉਹ ਕੋਸ਼ਿਸ਼ ਕਰਦੇ ਆ ਕਿ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਉੱਤੇ ਪਹੁੰਚਿਆ ਹੋਇਆ ਉਹ ਕਿਵੇਂ ਹੇਠਾਂ ਸੁੱਟਿਆ ਜਾਵੇ। ਇਹ ਖੈਰ ਚਾਹੀਦਾ ਵੀ ਉਹਨੂੰ, ਹਰ ਇੱਕ ਸਿਆਸੀ ਲੀਡਰ ਚਾਹੁੰਦਾ ਕਿ ਸਰਕਾਰ ਦੇ ਖਿਲਾਫ ਗੱਲ ਕਰੇ ਤੇ ਉਹ ਆਪਣੀ ਪਾਰਟੀ ਨੂੰ ਉੱਪਰ ਚੱਕੇ। ਤਰਲੋ ਮੱਛੀ ਹੋਏ ਪਏ ਨੇ ਸੁਖਬੀਰ ਬਾਦਲ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਉੱਤੇ ਆ ਜਾਵੇ। ਜੀ ਬਹੁਤ ਬਹੁਤ ਸ਼ੁਕਰੀਆ ਕੀਤਾ ਸਾਹਿਬ, ਥੈਂਕ ਯੂ ਵੈਰੀ ਮਚ। ਧੰਨਵਾਦ। ਚਲੋ ਸਰ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।